ਸਤਿ ਸ਼੍ਰੀ ਅਕਾਲ ਜੀ। ਮੈਂ ਰਾਜਵਿੰਦਰ ਕੌਰ ਦਲੀਪ ਕੌਰ ਟਵਾਣਾ ਜੀ ਦੁਆਰਾ ਲਿਖਿਆ ਨਾਵਲ ਮਾਤਾ ਧਰਤ ਮਸਤ ਲੈ ਕੇ ਹਾਜ਼ਰ ਹੋਈਆਂ ਜੀ। ਭਾਗ ਚੌਥਾ। ਹੁਣ ਗੁਜਰੀ ਕੁਛ ਵੱਡੀ ਹੋ ਰਹੀ ਸੀ। ਉਹ ਮਾਂ ਦੇ ਨਾਲ ਨਿੱਕੇ ਨਿੱਕੇ ਕੰਮ ਵੀ ਕਰਵਾਉਣ ਲੱਗ ਪਈ ਸੀ। ਕਦੇ ਘਰ ਸੰਭਰ ਦਿੰਦੀ, ਕਦੇ ਤੌਲੇ ਵਿੱਚੋਂ ਲੱਸੀ ਲੈ ਕੇ ਲੱਸੀ ਲੈਣ ਆਏ ਲਾਗੀਆਂ ਤੱਤੀਆਂ ਦੇ ਜਵਾਕਾਂ ਨੂੰ ਉਹਨਾਂ ਦੇ ਭਾਂਡਿਆਂ ਵਿੱਚ ਪਾ ਦਿੰਦੀ, ਕਦੇ ਆਲੂ ਛਿੱਲ ਦਿੰਦੀ, ਕਦੇ ਆਪਣੇ ਬਾਪੂ ਕੋਲ ਬੈਠ ਕੇ ਨਿੱਕੀਆਂ ਨਿੱਕੀਆਂ ਬਾਤਾਂ ਸੁਣਦੀ। ਉਸਨੂੰ ਬਾਬੇ ਨਾਨਕ ਦੇਵ ਦੀਆਂ ਸਾਖੀਆਂ ਸਭ ਤੋਂ ਵੱਧ ਚੰਗੀਆਂ ਲੱਗਦੀਆਂ। ਉਸਨੂੰ ਲੱਗਦਾ ਜਿਵੇਂ ਉਹ ਬਾਬੇ ਨਾਨਕ ਦੇ ਨਾਲ ਹੀ ਤੁਰੀ ਫਿਰਦੀ ਹੋਵੇ। ਉਸਦੇ ਸਾਹਮਣੇ ਹੀ ਜਿਵੇਂ ਬਾਬੇ ਨਾਨਕ ਦੇ ਸਾਧਾ ਨੂੰ ਰੋਟੀ ਖਵਾਉਣ ਬਦਲੇ ਉਸਦੇ ਚਪੇੜ ਪਈ ਹੋਵੇ। ਉਸਦੇ ਸਾਹਮਣੇ ਹੀ ਜਿਵੇਂ ਬਲੀ ਕੰਧਾਰੀ ਨੇ ਉਹਨਾਂ ਉੱਪਰ ਪਹਾੜ ਤੋਂ ਪੱਥਰ ਉਡਾਇਆ ਹੋਵੇ ਤੇ ਬਾਬੇ ਨਾਨਕ ਨੇ ਹੱਥ ਨਾਲ ਰੋਕ ਲਿਆ ਹੋਵੇ। ਜਿਵੇਂ ਬਾਬੇ ਨਾਨਕ ਨੂੰ ਕੌਡੇ ਰਾਖਸ਼ਸ ਕੋਲ ਜਾ ਕੇ ਮਰਦਾਨੇ ਨੂੰ ਕੌਡੇ ਰਾਖਸ਼ਸ ਤੋਂ ਛੁਡਾਉਂਦੀ ਦੇਖ ਰਹੀ ਹੋਵੇ। ਇਸੇ ਤਰ੍ਹਾਂ ਮੱਕੇ ਮਦੀਨੇ ਵੀ ਉਹ ਬਾਬੇ ਨਾਨਕ ਨਾਲ ਘੁੰਮ ਆਈ ਹੋਵੇ। ਫਿਰ ਉਹ ਸਾਰੀਆਂ ਸਾਖੀਆਂ ਇੱਕ ਇੱਕ ਕਰਕੇ ਸੈਰਾ ਨੂੰ ਸੁਣਾਉਂਦੀ ਰਹਿੰਦੀ। ਉਸਨੂੰ ਇਹ ਵੀ ਚੰਗਾ ਲੱਗਦਾ ਸੀ ਕਿ ਬਾਬੇ ਨਾਨਕ ਦੇ ਨਾਲ ਮਰਦਾਨਾ ਰਬਾਬ ਵਜਾਉਂਦਾ ਰਹਿੰਦਾ ਸੀ। ਕਦੇ ਕਦੇ ਵਿਸ਼ਨਦੇਈ ਨੂੰ ਗੁਜਰੀ ਚਰਖਾ ਕੱਤਦਿਆਂ ਦੇਖਦੀ ਤਾਂ ਉਹ ਹੈਰਾਨ ਹੋ ਜਾਂਦੀ ਕਿ ਕਿਵੇਂ ਇੱਕ ਰੂੰ ਦਾ ਗੋਹੜਾ ਤੱਕਲੇ ਉੱਪਰ ਬਰੀਕ ਧਾਗੇ ਦਾ ਬਰੋਟਾ ਬਣ ਜਾਂਦਾ ਹੈ। ਉਹਨਾਂ ਦੇ ਵਿਹੜੇ ਵਿੱਚ ਇੱਕ ਪਾਸੇ ਨਿੰਮ ਲੱਗੀ ਹੋਈ ਸੀ, ਇੱਕ ਪਾਸੇ ਤੁਲਸੀ ਲਗਾਈ ਹੋਈ ਸੀ, ਇੱਕ ਪਾਸੇ ਜਾਮਣ ਦਾ ਦਰਖਤ ਤੇ ਵਿਚਕਾਰ ਔਲੇ ਦਾ ਬੂਟਾ ਸੀ, ਜਿਸ ਉੱਪਰ ਪੰਛੀਆਂ ਦਾ ਚੀਕ ਚਿਹਾੜਾ ਮੱਚਿਆ ਰਹਿੰਦਾ ਸੀ, ਜਿਸ ਦਾ ਸ਼ੋਰ ਸੁਣਨਾ ਗੁਜਰੀ ਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ। ਬਿਸ਼ਨਦੇਈ ਨੇ ਇੱਕ ਵਾਰ ਉਸ ਨੂੰ ਦੱਸਿਆ ਕਿ ਨਿੰਮ ਦੀ ਦਾਤਣ ਕਰਨ ਨਾਲ ਦੰਦ ਕਦੇ ਖਰਾਬ ਨਹੀਂ ਹੁੰਦੇ। ਨਿੰਮ ਦੇ ਪੱਤੇ ਉਬਾਲ ਕੇ ਜ਼ਖਮ 'ਤੇ ਬੰਨ੍ਹ ਲਓ, ਜ਼ਖਮ ਪੱਕਦਾ ਨਹੀਂ। ਔਲੇ ਬਾਰੇ ਕਹਾਵਤ ਸੀ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਮਗਰੋਂ ਪਤਾ ਲੱਗਦਾ ਹੈ, ਤੇ ਜਾਮਣਾਂ ਖਾਣ ਵਿੱਚ ਸਵਾਦ ਹੁੰਦੀਆਂ ਨੇ ਤੇ ਗਿੱਟਕਾਂ ਦੀਆਂ ਅਨੇਕਾਂ ਦਵਾਈਆਂ ਬਣਦੀਆਂ ਨੇ। ਬਿਸ਼ਨਦੇਈ ਨੇ ਦੱਸਿਆ ਕਿ ਸਾਡੇ ਪੁਰਾਣੇ ਲੋਕ ਕਿੰਨੇ ਸਿਆਣੇ ਹੁੰਦੇ ਸਨ ਕਿ ਇੰਨੇ ਕੰਮ ਆਉਣ ਵਾਲੇ ਦਰਖਤ ਬੀਜਦੇ ਸਨ। ਬਿਸ਼ਨਦੇਈ ਨੇ ਇੱਕ ਦਿਨ ਗੁਜਰੀ ਨੂੰ ਦੱਸਿਆ ਕਿ ਪੁਰਾਣੇ ਲੋਕ ਦਰਖਤਾਂ ਨੂੰ ਪੂਜਦੇ ਸਨ। ਤੁਲਸੀ ਤਾਂ ਹਰੇਕ ਘਰ 'ਚ ਲਾਈ ਹੁੰਦੀ ਸੀ, ਜੋ ਪੂਜੀ ਜਾਂਦੀ ਸੀ, ਜਿਸ ਨੂੰ ਨਿੱਤ ਜਲ ਚੜ੍ਹਾਇਆ ਜਾਂਦਾ ਸੀ। ਗੁਜਰੀ ਵੀ ਮਾਂ ਨੂੰ ਹਰ ਰੋਜ਼ ਘਰ ਵਿੱਚ ਲੱਗੇ ਤੁਲਸੀ ਦੇ ਪੌਦੇ ਨੂੰ ਪੂਜਦੀ ਤੇ ਜਲ ਚੜ੍ਹਾਉਂਦੀ ਨੂੰ ਦੇਖਦੀ ਹੁੰਦੀ ਸੀ। ਇੱਕ ਦਿਨ ਗੁਜਰੀ ਸੈਰਾ ਦੇ ਘਰ ਜਾ ਰਹੀ ਸੀ ਜਦੋਂ ਬੀਹੀ ਵਿੱਚੋਂ ਲੰਘਦਾ ਇੱਕ ਸਾਧੂ ਦੇਖਿਆ। ਉਸਨੇ ਸੰਨਿਆਸੀਆਂ ਵਾਲਾ ਪਹਿਰਾਵਾ ਧਾਰਨ ਕੀਤਾ ਹੋਇਆ ਸੀ। ਪਤਾ ਨਹੀਂ ਗੁਜਰੀ ਨੂੰ ਕੀ ਸੂਝੀ, ਉਸਦੇ ਮਗਰ ਮਗਰ ਤੁਰ ਪਈ। ਬੀਹੀ ਲੰਘੀ ਉਹ ਧਰਮਸ਼ਾਲਾ ਕੋਲ ਪਹੁੰਚ ਗਿਆ। ਉੱਥੋਂ ਉਹ ਨਿਆਈ ਤੋਂ ਪਾਰ ਉਹ ਆਪਣੇ ਇੱਕ ਹੱਥ ਵਿੱਚ ਖੂੰਡਾ ਫੜੀ ਡੰਡੀ ਡੰਡੀ ਤੁਰਨ ਲੱਗਿਆ। ਗੁਜਰੀ ਨੂੰ ਯਾਦ ਹੀ ਨਹੀਂ ਸੀ ਰਿਹਾ ਕਿ ਉਹ ਕਿਉਂ ਸਾਧੂ ਦੇ ਮਗਰ ਮਗਰ ਤੁਰੀ ਜਾ ਰਹੀ ਸੀ। ਕੁਝ ਚਿਰ ਦੂਰ ਜਾ ਕੇ ਸੰਨਿਆਸੀ ਨੂੰ ਅਹਿਸਾਸ ਹੋਇਆ ਕਿ ਕੋਈ ਉਸਦੇ ਮਗਰ ਆ ਰਿਹਾ ਹੈ। ਉਸਨੇ ਮੁੜ ਕੇ ਦੇਖਿਆ ਤਾਂ ਇੱਕ ਛੋਟੀ ਜਿਹੀ ਬਾਲੜੀ ਉਸਦੇ ਮਗਰ ਮਗਰ ਤੁਰੀ ਆ ਰਹੀ ਸੀ। ਸੰਨਿਆਸੀ ਰੁਕ ਗਿਆ। ਗੁਜਰੀ ਨੇੜੇ ਆ ਪਹੁੰਚੀ। ਸੰਨਿਆਸੀ ਨੇ ਉਸ ਵੱਲ ਧਿਆਨ ਨਾਲ ਦੇਖਿਆ। ਉਸਦਾ ਚਿਹਰਾ ਉਸਨੂੰ ਅਲੌਕਿਕ ਜਿਹਾ ਲੱਗਿਆ। ਉਸਦੇ ਨੇੜੇ ਜਾ ਕੇ ਹੱਥ ਜੋੜ ਕੇ ਸੰਨਿਆਸੀ ਬੋਲਿਆ, ਘਰ ਜਾਓ ਮਾਂ, ਅਭੀ ਤੋਂ ਆਪਨੇ ਬਹੁਤ ਕਾਮ ਕਰਨਾ ਹੈ। ਗੁਜਰੀ ਨੂੰ ਵੀ ਸੰਨਿਆਸੀ ਦੀ ਗੱਲ ਨਾ ਸਮਝ ਲੱਗੀ, ਪਰ ਉਹ ਹੱਥ ਜੋੜ ਕੇ ਨਮਸਕਾਰ ਕਰਕੇ ਘਰ ਨੂੰ ਵਾਪਸ ਪਰਤ ਆਈ। ਆਈ ਨੂੰ ਮਾਂ ਨੇ ਝਿੜਕਿਆ ਕਿ ਕਿੱਥੇ ਚਲੀ ਗਈ ਸੀ। ਇੱਕ ਦਿਨ ਗੁਰੂ ਦੇ ਦਰਸ਼ਨਾਂ ਮਗਰੋਂ ਉਹਨਾਂ ਦਾ ਦੂਰ ਭਾਰ ਦਾ ਬਜ਼ੁਰਗ ਰਿਸ਼ਤੇਦਾਰ ਉਹਨਾਂ ਦੇ ਘਰ ਆ ਗਿਆ। ਸਾਧਾਂ ਸੰਤਾਂ ਕੋਲ ਤੁਰੇ ਰਹਿਣ ਤੇ ਤੀਰਥਾਂ ਤੇ ਜਾਣ ਕਰਕੇ ਉਸਨੂੰ ਸਾਰੇ ਭਗਤ ਰਾਮ ਤੋਂ ਭਗਤ ਜੀ ਆਖਣ ਲੱਗ ਪਏ ਸਨ। ਜਦੋਂ ਵੀ ਉਹ ਵਿਹਲਾ ਹੁੰਦਾ ਤਾਂ ਮਾਲਾ ਫੇਰਨ ਬਹਿ ਜਾਂਦਾ। ਗੁਜਰੀ ਨੂੰ ਉਹ ਬੜਾ ਚੰਗਾ ਲੱਗਦਾ ਸੀ। ਭੱਜ ਭੱਜ ਉਸਨੂੰ ਰੋਟੀ ਦੇਣ ਜਾਂਦੀ, ਦੁੱਧ ਲੱਸੀ ਦੇਣ ਜਾਂਦੀ। ਉਹ ਵੀ ਗੁਜਰੀ ਦੇ ਸਿਰ 'ਤੇ ਹੱਥ ਫੇਰ ਕੇ ਆਖਦਾ ਕਿ ਇਸ ਦਾ ਨਾਂ ਗੁਜਰੀ ਨਹੀਂ, ਰਾਜਕੁਮਾਰੀ ਹੋਣਾ ਚਾਹੀਦਾ ਸੀ। ਮਨ ਵਿੱਚ ਉਸਨੂੰ ਲੱਗਦਾ ਕਿ ਰਾਜਕੁਮਾਰੀਆਂ ਵੀ ਤਾਂ ਇਹੋ ਜਿਹੀਆਂ ਹੀ ਹੁੰਦੀਆਂ ਹੋਣਗੀਆਂ। ਤੁਰਦੇ ਫਿਰਦੇ ਰਹਿਣ ਕਰਕੇ, ਸਾਧੂ ਸੰਤਾਂ ਦੀ ਸੰਗਤ ਕਰਕੇ ਭਗਤ ਜੀ ਨੂੰ ਅਨੇਕਾਂ ਕਥਾਵਾਂ ਮੂੰਹ ਜ਼ਬਾਨੀ ਯਾਦ ਸਨ। ਆਥਣੇ ਖਾਓ ਪੀਓ ਤੋਂ ਮਗਰੋਂ ਜਦੋਂ ਬਿਸ਼ਨਦੇਈ ਤੇ ਲਾਲ ਚੰਦ ਵਿਹਲੇ ਹੁੰਦੇ, ਉਹ ਭਗਤ ਜੀ ਦੇ ਮੰਜੇ ਕੋਲ ਪੀੜ੍ਹੀਆਂ ਡਾਹ ਕੇ ਬਹਿ ਜਾਂਦੇ ਤੇ ਆਖਦੇ ਕਿ ਭਗਤ ਜੀ ਕੋਈ ਕਥਾ ਵਾਰਤਾ ਸੁਣਾਓ। ਭਗਤ ਜੀ ਨੇ ਅਸਮਾਨ ਵੱਲ ਉਂਗਲ ਕਰਕੇ ਆਖਿਆ ਕਿ ਅਸਮਾਨ ਉੱਪਰ ਜਿਹੜਾ ਤਾਰਾ ਸਭ ਤੋਂ ਵੱਧ ਚਮਕਦਾ ਹੈ ਉਹ ਧਰੁਵ ਭਗਤ ਹੈ। ਇੱਕ ਰਾਜਾ ਹੁੰਦਾ ਸੀ ਹਰਨਾਕਸ਼। ਉਹ ਆਖਦਾ ਸੀ ਕਿ ਰੱਬ ਰੁੱਬ ਕੋਈ ਨਹੀਂ, ਮੈਂ ਹੀ ਰੱਬ ਹਾਂ, ਸਭ ਮੇਰੀ ਪੂਜਾ ਕਰੋ। ਉਸਨੇ ਕਿਸੇ ਵੇਲੇ ਭਗਤੀ ਕਰਕੇ ਇਹ ਵਰ ਲਿਆ ਹੋਇਆ ਸੀ ਕਿ ਨਾ ਉਹ ਦਿਨੇ ਮਰੇ ਨਾ ਰਾਤ ਨੂੰ, ਨਾ ਘਰ ਦੇ ਅੰਦਰ ਮਰੇ ਨਾ ਬਾਹਰ, ਨਾ ਉਸਨੂੰ ਕੋਈ ਮਨੁੱਖ ਮਾਰ ਸਕੇ ਤੇ ਨਾ ਜਾਨਵਰ। ਉਹ ਸੋਚਦਾ ਸੀ ਕਿ ਹੁਣ ਉਹ ਕਦੇ
ਮਰੇਗਾ ਨਹੀਂ। ਤੇ ਇਸ ਗੱਲ ਦਾ ਉਸਨੂੰ ਬਹੁਤ ਹੰਕਾਰ ਸੀ। ਉਸਦਾ ਇੱਕ ਪੁੱਤਰ ਸੀ ਧਰੁਵ। ਜਦੋਂ ਉਹ ਥੋੜ੍ਹਾ ਵੱਡਾ ਹੋਇਆ ਤਾਂ ਉਸਨੇ ਮਾਂ ਕੋਲੋਂ ਪੁੱਛਿਆ, ਮੇਰਾ ਪਿਤਾ ਹੀ ਪਰਮੇਸ਼ਰ ਹੈ? ਤਾਂ ਉਸਨੇ ਦੱਸਿਆ ਕਿ ਨਹੀਂ, ਰੱਬ ਰਾਜੇ ਤੋਂ ਵੱਡਾ ਹੁੰਦਾ ਹੈ। ਧਰੁਵ ਨੇ ਰਾਜੇ ਦਾ ਹੁਕਮ ਕਿ ਮੈਨੂੰ ਹੀ ਰੱਬ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਪਿਤਾ ਜੀ, ਤੁਸੀਂ ਸਭ ਤੋਂ ਵੱਡੇ ਨਹੀਂ, ਤੁਸੀਂ ਰੱਬ ਨਹੀਂ। ਤਾਂ ਰਾਜੇ ਨੇ ਆਖਿਆ ਕਿ ਇਸ ਦੁਸ਼ਟ ਨੂੰ ਪਹਾੜ ਤੋਂ ਰੇੜ ਕੇ ਮਾਰ ਦਿਓ। ਪਰ ਜਦੋਂ ਉਹ ਅਜਿਹਾ ਕਰਨ ਤੇ ਵੀ ਨਾ ਮਰਿਆ ਤਾਂ ਹਰਨਾਕਸ਼ ਨੇ ਆਪਣੀ ਭੈਣ ਨੂੰ ਕਿਹਾ ਕਿ ਤੂੰ ਇਸ ਨੂੰ ਲੱਕੜਾਂ ਦੇ ਢੇਰ ਵਿੱਚ ਲੈ ਕੇ ਬੈਠ ਜਾ। ਤੇਰਾ ਪਤੀ ਅਗਨੀ ਦੇਵਤਾ ਹੈ, ਉਹ ਤੈਨੂੰ ਜਲਾਏਗਾ ਨਹੀਂ, ਪਰ ਧਰੁਵ ਜਲ ਜਾਏਗਾ। ਰੱਬ ਦੀ ਕਰਨੀ ਹਰਨਾਕਸ਼ ਦੀ ਭੈਣ ਅੱਗ ਵਿੱਚ ਸੜ ਗਈ ਤੇ ਧਰੁਵ ਬਚ ਗਿਆ। ਫਿਰ ਉਸਨੇ ਆਖਿਆ ਕਿ ਲੋਹੇ ਦਾ ਥੰਮ ਅੱਗ ਨਾਲ ਲਾਲ ਕਰ ਦਿਓ। ਤੇ ਉਹ ਧਰੁਵ ਨੂੰ ਆਖਣ ਲੱਗਿਆ, ਇਸ ਥੰਮ ਨੂੰ ਜੱਫੀ ਪਾ ਲੈ। ਧਰੁਵ ਥੋੜ੍ਹਾ ਡਰ ਗਿਆ। ਧਰੁਵ ਨੇ ਦੇਖਿਆ ਕਿ ਇੱਕ ਕੀੜੀ ਥੰਮ ਉੱਪਰ ਚੜ੍ਹੀ ਜਾ ਰਹੀ ਸੀ। ਉਸਨੇ ਸੋਚਿਆ ਕਿ ਜੇ ਕੀੜੀ ਨੂੰ ਕੁਝ ਨਹੀਂ ਹੋਇਆ ਤਾਂ ਮੈਨੂੰ ਵੀ ਕੁਝ ਨਹੀਂ ਹੋਵੇਗਾ। ਧਰੁਵ ਨੇ ਥੰਮ ਨੂੰ ਜੱਫੀ ਪਾ ਲਈ। ਉਸ ਥੰਮ ਨੂੰ ਪਾੜ ਕੇ ਨਰਸਿੰਘ ਨਿਕਲਿਆ, ਜਿਸ ਦਾ ਅੱਧਾ ਸਰੀਰ ਮਨੁੱਖ ਦਾ ਤੇ ਅੱਧਾ ਸਰੀਰ ਜਾਨਵਰ ਦਾ ਸੀ। ਉਸਨੇ ਹਰਨਾਕਸ਼ ਨੂੰ ਚੁੱਕ ਕੇ ਦੇਹਲੀ ਉੱਪਰ ਸੁੱਟਿਆ ਤੇ ਪੁੱਛਿਆ, ਮੈਂ ਬੰਦਾ ਹਾਂ ਜਾਂ ਜਾਨਵਰ? ਤਾਂ ਹਰਨਾਕਸ਼ ਬੋਲਿਆ, ਨਾ ਬੰਦਾ ਨਾ ਜਾਨਵਰ। ਫਿਰ ਉਸਨੇ ਕਿਹਾ, ਤੂੰ ਘਰ ਦੇ ਅੰਦਰ ਹੈ ਜਾਂ ਬਾਹਰ? ਤਾਂ ਹਰਨਾਕਸ਼ ਨੇ ਕਿਹਾ, ਨਾ ਅੰਦਰ ਨਾ ਬਾਹਰ। ਉਸ ਸਮੇਂ ਦਿਨ ਛਿਪ ਰਿਹਾ ਸੀ। ਨਰਸਿੰਘ ਨੇ ਫਿਰ ਪੁੱਛਿਆ, ਦਿਨ ਹੈ ਕਿ ਰਾਤ? ਹਰਨਾਕਸ਼ ਨੇ ਕਿਹਾ, ਨਾ ਦਿਨ ਹੈ ਨਾ ਰਾਤ ਹੈ। ਇਸ ਤਰ੍ਹਾਂ ਉਸਨੇ ਹਰਨਾਕਸ਼ ਨੂੰ ਮਾਰ ਦਿੱਤਾ। ਉਸ ਤੋਂ ਮਗਰੋਂ ਵੱਡਾ ਹੋ ਕੇ ਧਰੁਵ ਰਾਜਾ ਬਣਿਆ। ਉਹ ਬੜੀ ਧਰਮੀ ਰਾਜਾ ਸੀ, ਇਸ ਲਈ ਮਰਨ ਉਪਰੰਤ ਤਾਰਾ ਬਣਿਆ। ਚੰਗੇ ਲੋਕ ਮਰਨ ਮਗਰੋਂ ਤਾਰੇ ਹੀ ਬਣਦੇ ਹਨ। ਗੁਜਰੀ ਨੂੰ ਕਥਾ ਦੀ ਕੁਝ ਸਮਝ ਲੱਗੀ, ਕੁਝ ਨਾ ਲੱਗੀ, ਪਰ ਉਸਨੂੰ ਭਗਤ ਜੀ ਕਥਾ ਸੁਣਾਉਂਦਾ ਬੜਾ ਚੰਗਾ ਲੱਗਿਆ। ਉਸਨੇ ਅਚਾਨਕ ਉੱਠ ਕੇ ਭਗਤ ਜੀ ਦੇ ਪੈਰ ਛੂਹ ਕੇ ਪ੍ਰਣਾਮ ਕੀਤਾ। ਕੰਨਿਆ, ਤੂੰ ਮੈਨੂੰ ਕਿਉਂ ਪਾਪ ਚੜ੍ਹਾਉਂਦੀ ਐਂ? ਭਗਤ ਜੀ ਨੇ ਪੈਰ ਪਛਾਂਹ ਕਰਦਿਆਂ ਕਿਹਾ। ਅਗਲੇ ਦਿਨ ਸਵੇਰੇ ਭਗਤ ਜੀ ਖੂਹ 'ਤੇ ਇਸ਼ਨਾਨ ਕਰਕੇ ਆਇਆ ਤੇ ਬਾਅਦ ਵਿੱਚ ਦਹੀਂ ਨਾਲ ਮਿੱਸੀ ਰੋਟੀ ਖਾਧੀ ਤੇ ਲੱਸੀ ਦਾ ਗਲਾਸ ਪੀ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਚਲਿਆ ਗਿਆ। ਉੱਥੇ ਸ਼ਬਦ ਕੀਰਤਨ ਸੁਣ ਕੇ ਤੇ ਗੁਰੂ ਦੇ ਵਚਨਾਂ ਦਾ ਆਨੰਦ ਮਾਣ ਕੇ, ਲੰਗਰ ਘਰ ਦੀ ਸੇਵਾ ਕਰਕੇ, ਪੰਗਤ ਵਿੱਚ ਬੈਠ ਕੇ, ਪ੍ਰਸ਼ਾਦਾ ਛਕ ਕੇ ਹਨੇਰੇ ਹੋਏ ਗੁਜਰੀ ਦੇ ਘਰ ਆਇਆ। ਭਗਤ ਜੀ, ਪ੍ਰਸ਼ਾਦਾ ਛਕੋਗੇ? ਲਾਲ ਚੰਦ ਨੇ ਪੁੱਛਿਆ। ਨਹੀਂ, ਮੈਂ ਪ੍ਰਸ਼ਾਦਾ ਛਕ ਕੇ ਆਇਆ ਹਾਂ, ਭਗਤ ਜੀ ਨੇ ਕਿਹਾ। ਫਿਰ ਭਗਤ ਜੀ ਕਹਿਣ ਲੱਗੇ, ਤੁਹਾਡੇ ਨਗਰ ਵਿੱਚ ਤਾਂ ਗੁਰੂ ਦੇ ਦਰਬਾਰ 'ਚ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਧੰਨ ਭਾਗ ਇਸ ਦੇ ਨਿਵਾਸੀਆਂ ਦੇ। ਅੱਜ ਗੁਰੂ ਜੀ ਨੇ ਬਚਨ ਕੀਤੇ ਕਿ ਬਾਬਾ ਨਾਨਕ ਇੱਕ ਵਾਰੀ ਮੱਕੇ ਮਦੀਨੇ ਮਰਦਾਨੇ ਨਾਲ ਚਲਿਆ ਗਿਆ। ਰਾਤ ਹੋਈ ਤਾਂ ਉਹ ਮਸੀਤ ਵੱਲ ਪੈਰ ਕਰਕੇ ਸੌਂ ਗਿਆ। ਕਾਜੀ ਨੇ ਜਦੋਂ ਦੇਖਿਆ ਤਾਂ ਕ੍ਰੋਧ ਵਿੱਚ ਆ ਕੇ ਬੋਲਿਆ ਕਿ ਬਾਬਾ, ਤੈਨੂੰ ਦਿਸਦਾ ਨਹੀਂ, ਤੂੰ ਮਸੀਤ ਵੱਲ ਪੈਰ ਕਰਕੇ ਸੁੱਤਾ ਪਿਆ ਹੈ। ਤਾਂ ਬਾਬੇ ਨਾਨਕ ਨੇ ਆਖਿਆ ਕਿ ਭਾਈ, ਮੇਰੇ ਪੈਰ ਫੜ ਕੇ ਉੱਧਰ ਕਰ ਦਿਓ ਜਿੱਧਰ ਮਸੀਤ ਨਹੀਂ। ਕਾਜੀ ਨੇ ਬਾਬੇ ਨਾਨਕ ਦੇ ਪੈਰ ਫੜ ਕੇ ਜਿਸ ਪਾਸੇ ਨੂੰ ਘੁਮਾਏ, ਮਸੀਤ ਉਸੇ ਪਾਸੇ ਵੱਲ ਘੁੰਮ ਗਈ। ਕਾਜੀ ਬਾਬੇ ਨਾਨਕ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਬਾਬੇ ਨਾਨਕ ਨੇ ਉਸਨੂੰ ਇਹੀ ਗੱਲ ਸਮਝਾਈ ਸੀ ਕਿ ਰੱਬ ਸਿਰਫ ਮਸੀਤ ਵਿੱਚ ਨਹੀਂ, ਉਹ ਹਰ ਥਾਂ ਹੈ। ਕਹਿ ਕੇ ਭਗਤ ਜੀ ਆਪਣੀ ਮੰਜੀ ਡਾਹ ਉਸ ਉੱਤੇ ਬੈਠ ਗਿਆ ਤੇ ਗੁਜਰੀ ਉਸ ਕੋਲ ਆਈ ਤੇ ਕਿਹਾ, ਬਾਬਾ ਜੀ, ਕੋਈ ਬਾਤ ਸੁਣਾਓਗੇ? ਆਹੋ, ਤੇਰੇ ਜਿੱਡੀ ਬਾਤ ਸੁਣਾਵਾਂਗਾ। ਆ ਜਾ ਲਾਲ ਚੰਦ, ਤੂੰ ਵੀ ਆ ਜਾ। ਬਾਬੇ ਨੇ ਆਪਣੇ ਨਾਲ ਥਾਂ ਛੱਡਦਿਆਂ ਕਿਹਾ। ਵਿਸ਼ਨਦੇਈ ਆਪਣੀ ਪੀੜ੍ਹੀ ਚੁੱਕ ਲਿਆਈ। ਗੁਜਰੀ ਮੂਹੜੇ 'ਤੇ ਬੈਠ ਗਈ। ਬਾਬੇ ਨੇ ਕਿਹਾ, ਪੁਰਾਣੇ ਵੇਲਿਆਂ ਵਿੱਚ ਇੱਕ ਰਾਖਸ਼ਸ ਨੇ ਸ਼ਿਵ ਜੀ ਦੀ ਬਹੁਤ ਭਗਤੀ ਕੀਤੀ। ਸ਼ਿਵ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਿ ਤੂੰ ਜੋ ਮੰਗਣਾ ਹੈ ਮੰਗ ਲੈ। ਉਸਨੇ ਕਿਹਾ ਕਿ ਸ਼ਿਵ ਜੀ ਮਹਾਰਾਜ, ਮੈਨੂੰ ਵਰ ਦਿਓ ਕਿ ਮੈਂ ਜਿਸ ਦੇ ਸਿਰ ਉੱਪਰ ਵੀ ਹੱਥ ਰੱਖਾਂ ਉਹ ਭਸਮ ਹੋ ਜਾਵੇ। ਸ਼ਿਵ ਜੀ ਨੇ ਕਿਹਾ ਕਿ ਤਥਾਸਤੂ। ਵਰ ਮਿਲਦਿਆਂ ਹੀ ਉਹ ਭਸਮਾਸੁਰ ਰਾਖਸ਼ਸ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਸ਼ਿਵ ਜੀ ਨੂੰ ਕਿਉਂ ਨਾ ਭਸਮ ਕਰਾਂ। ਉਹ ਸ਼ਿਵ ਜੀ ਵੱਲ ਵਧਿਆ ਤਾਂ ਸ਼ਿਵ ਜੀ ਇਹ ਦੇਖ ਕੇ ਉੱਥੋਂ ਦੌੜ ਪਏ। ਉਸ ਰਾਖਸ਼ਸ ਤੋਂ ਡਰਦਿਆਂ ਬਾਕੀ ਦੇਵਤਿਆਂ ਵਿੱਚ ਹਫੜਾ ਦਫੜੀ ਮਚ ਗਈ। ਅਖੀਰ ਵਿਸ਼ਨੂੰ ਜੀ ਨੇ ਇੱਕ ਬਹੁਤ ਹੀ ਮੋਹਣੀ ਔਰਤ ਦਾ ਰੂਪ ਧਾਰ ਕੇ ਭਸਮਾਸੁਰ ਰਾਖਸ਼ਸ ਦੇ ਅੱਗੇ ਨੱਚਣਾ ਸ਼ੁਰੂ ਕਰ ਦਿੱਤਾ। ਨਾਲ ਨੱਚਣ ਲੱਗ ਪਿਆ। ਨੱਚਦਿਆਂ ਨੱਚਦਿਆਂ ਮੋਹਣੀ ਸੁੰਦਰੀ ਨੇ ਆਪਣੇ ਹੱਥ ਸਿਰ ਉੱਤੇ ਰੱਖ ਲਏ। ਉਸਨੂੰ ਵੇਖ ਕੇ ਰਾਖਸ਼ਸ ਨੇ ਵੀ ਆਪਣੇ ਸਿਰ 'ਤੇ ਹੱਥ ਰੱਖ ਲਏ ਤੇ ਭਸਮ ਹੋ ਗਿਆ। ਵਿਸ਼ਨਦੇਈ ਨੂੰ ਲੱਗਿਆ ਕਿ ਇਹਨਾਂ ਕਥਾ ਕਹਾਣੀਆਂ ਵਿੱਚ ਕਿੰਨਾ ਕੁਝ ਸਮਾਇਆ ਹੋਇਆ ਹੈ ਸਿੱਖਣ ਲਈ। ਭਗਤ ਜੀ ਨੇ ਕਿਹਾ ਕਿ ਕੱਲ੍ਹ ਮੈਂ ਗੁਰੂ ਦਰਸ਼ਨਾਂ ਮਗਰੋਂ ਚਾਲੇ ਪਾ ਦੇਣੇ ਨੇ। ਲਾਲ ਚੰਦ ਨੇ ਕਿਹਾ ਕਿ ਹੋਰ ਕੁਝ ਦਿਨ ਰਹਿ ਲੈਂਦੇ
ਬਿਸ਼ਨ ਦੇਈ ਉੱਠ ਕੇ ਗਰਮ ਦੁੱਧ ਦਾ ਗਲਾਸ ਲੈ ਕੇ ਆਈ। ਬਾਬੇ ਨੇ ਕਿਹਾ ਕਿ ਨਹੀਂ ਭਾਈ, ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ। ਗੁਜਰੀ ਬੋਲੀ ਕਿ ਜੇ ਤੁਸੀਂ ਚਲੇ ਜਾਓਗੇ ਸਾਨੂੰ ਬਾਤਾਂ ਕੌਣ ਸੁਣਾਊ। ਭਗਤ ਜੀ ਨੇ ਕਿਹਾ ਕਿ ਤੁਸੀਂ ਗੁਰੂ ਦਰਬਾਰ ਵਿੱਚ ਜਾ ਕੇ ਗੁਰੂ ਦੀਆਂ ਸਾਖੀਆਂ ਸੁਣ ਕੇ ਆਇਆ ਕਰੋ। ਗੁਜਰੀ ਬਾਬਾ ਜੀ ਨੂੰ ਕੋਈ ਹੋਰ ਬਾਤ ਸੁਣਾਉਣ ਲਈ ਕਹਿਣ ਲੱਗੀ। ਬਿਸ਼ਨ ਦੇਈ ਗੁਜਰੀ ਨੂੰ ਕਹਿਣ ਲੱਗੀ ਕਿ ਰਾਤ ਹੋ ਰਹੀ ਹੈ, ਭਗਤ ਜੀ ਨੂੰ ਆਰਾਮ ਕਰਨ ਦੇ। ਭਗਤ ਜੀ ਨੇ ਇਹ ਸੁਣ ਕੇ ਕਿਹਾ ਕਿ ਆਰਾਮ ਦੀ ਕੋਈ ਗੱਲ ਨਹੀਂ, ਮੈਂ ਗੁਜਰੀ ਨੂੰ ਬਾਤ ਸੁਣਾਵਾਂਗਾ। ਭਗਤ ਜੀ ਨੇ ਗੁਜਰੀ ਨੂੰ ਸੁਣਾਉਣਾ ਸ਼ੁਰੂ ਕੀਤਾ ਕਿ ਜਦੋਂ ਪੰਜੇ ਪਾਂਡਵ ਦ੍ਰੋਪਦੀ ਸਮੇਤ ਜੰਗਲ ਵਿੱਚ ਰਹਿੰਦੇ ਸਨ ਤਾਂ ਉੱਥੇ ਇੱਕ ਦਿਨ ਸ਼੍ਰੀ ਕ੍ਰਿਸ਼ਨ ਜੀ ਚਲੇ ਗਏ ਤੇ ਦ੍ਰੋਪਦੀ ਨੂੰ ਆਖਣ ਲੱਗੇ ਕਿ ਮੈਨੂੰ ਭੁੱਖ ਲੱਗੀ ਹੈ। ਦ੍ਰੋਪਦੀ ਨੇ ਕੁਟੀਆ ਵਿੱਚ ਜਾ ਕੇ ਦੇਖਿਆ ਕਿ ਸਾਰੇ ਭਾਂਡੇ ਖਾਲੀ ਸਨ, ਸਿਰਫ ਤੌੜੀ ਵਿੱਚ ਇੱਕ ਚਾਵਲ ਪਿਆ ਸੀ। ਉਸਨੇ ਉਹੀ ਚਾਵਲ ਪੱਤੇ 'ਤੇ ਰੱਖ ਕੇ ਸ਼੍ਰੀ ਕ੍ਰਿਸ਼ਨ ਅੱਗੇ ਪਰੋਸ ਦਿੱਤਾ। ਉਹ ਇੱਕ ਚਾਵਲ ਖਾ ਕੇ ਹੀ ਸ਼੍ਰੀ ਕ੍ਰਿਸ਼ਨ ਨੇ ਆਖਿਆ ਕਿ ਮੈਂ ਰੱਜ ਗਿਆ ਹਾਂ ਇੱਕ ਚਾਵਲ ਨਾਲ। ਗੁਜਰੀ ਨੇ ਪੁੱਛਿਆ, ਤੂੰ ਅਜੇ ਛੋਟੀ ਹੈ, ਸਮਝ ਨਹੀਂ ਸਕੇਂਗੀ ਕਿ ਭੁੱਖ ਸਰੀਰ ਦੀ ਨਹੀਂ ਮਨ ਦੀ ਹੁੰਦੀ ਹੈ। ਮਨ ਦੀ ਤ੍ਰਿਪਤੀ ਲਈ ਭੋਜਨ ਦੀ ਵੱਧ ਮਾਤਰਾ ਜ਼ਰੂਰੀ ਨਹੀਂ ਹੁੰਦੀ। ਆਪਾਂ ਸੁਣਦੇ ਹਾਂ ਕਿ ਪਿਛਲੇ ਵੇਲਿਆਂ ਵਿੱਚ ਪੌਣ ਆਹਾਰੀ ਹਵਾ ਉੱਪਰ ਹੀ ਜਿਉਣ ਵਾਲੇ ਸਾਧੂ ਸੰਤ ਵੀ ਹੁੰਦੇ ਸਨ। ਭਗਤ ਜੀ ਨੇ ਸਮਝਾਇਆ। ਜਰਾ ਕੁ ਰੁਕ ਕੇ ਭਗਤ ਜੀ ਨੇ ਆਪਣੀ ਅਗਲੀ ਕਥਾ ਛੋਹੀ। ਇੱਕ ਹੁੰਦਾ ਸੀ ਡਾਕੂ। ਉਹ ਨਹਿਰ ਦੇ ਨੇੜੇ ਜੰਗਲ ਵਿੱਚ ਲੁਕਿਆ ਰਹਿੰਦਾ ਸੀ। ਜਦੋਂ ਕੋਈ ਇਕੱਲਾ ਦੁਕੱਲਾ ਉੱਧਰੋਂ ਲੰਘਦਾ ਤਾਂ ਉਹ ਲੁੱਟਣ ਉਪਰੰਤ ਬੰਦੇ ਨੂੰ ਮਾਰ ਕੇ ਨਹਿਰ ਵਿੱਚ ਸੁੱਟ ਦਿੰਦਾ। ਇੱਕ ਦਿਨ ਆਥਣ ਵੇਲੇ ਇੱਕ ਬੁੱਢੀ ਉੱਧਰੋਂ ਲੰਘ ਰਹੀ ਸੀ। ਡਾਕੂ ਸਾਹਮਣੇ ਆ ਗਿਆ। ਬੁੱਢੀ ਉਸ ਨੂੰ ਆਖਣ ਲੱਗੀ, ਵੇ ਪੁੱਤਾ, ਮੈਂ ਸ਼ਹਿਰੋਂ ਕੁੜੀ ਦੀਆਂ ਟੂਮਾਂ ਕਰਾ ਕੇ ਲਿਆਈ ਆਂ। ਸੁਣਿਆ ਇੱਥੇ ਕਿਤੇ ਬਿੱਲੇ ਨਾਂ ਦਾ ਡਾਕੂ ਰਹਿੰਦਾ ਹੈ। ਉਹ ਚੀਜ਼ ਖੋਹ ਕੇ ਬੰਦੇ ਨੂੰ ਮਾਰ ਦਿੰਦਾ ਹੈ। ਮੈਨੂੰ ਤੂੰ ਪੁੱਤਾ ਥੋੜ੍ਹਾ ਜਿਹਾ ਗਾਹਾਂ ਲੰਘਾ, ਅਸੀਂ ਤਾਂ ਮੁੜ ਕੇ ਟੂਮ ਕਰਵਾਉਣ ਜੋਗੇ ਵੀ ਨਹੀਂ। ਬੁੱਢੀ ਨੇ ਟੂਮਾਂ ਵਾਲੀ ਪੋਟਲੀ ਬਿੱਲੇ ਡਾਕੂ ਨੂੰ ਫੜਾ ਦਿੱਤੀ ਤੇ ਉਹ ਉਸ ਨੂੰ ਦੂਰ ਥਾਈਂ ਛੱਡਣ ਗਿਆ। ਅਖੀਰ ਬੁੱਢੀ ਨੂੰ ਟੂਮਾਂ ਫੜਾਉਂਦਾ ਬੋਲਿਆ, ਲੈ ਮਾਈ ਆਪਣੀਆਂ ਟੂਮਾਂ, ਹੁਣ ਮੈਂ ਮੁੜਦਾ। ਬੁੱਢੀ ਬੋਲੀ, ਵੇ ਪੁੱਤਾ ਜਿਉਂਦਾ ਰਹਿ, ਤੂੰ ਆਪਣਾ ਨਾਂ ਤਾਂ ਦੱਸ ਦੇ। ਉਹ ਆਖਣ ਲੱਗਿਆ, ਮੇਰਾ ਨਾਂ ਹੈ ਬਿੱਲਾ ਡਾਕੂ। ਪਰ ਮਾਤਾ ਡਰੀ ਨਾ, ਤੂੰ ਮੈਨੂੰ ਪੁੱਤ ਆਖਿਆ, ਪੁੱਤ ਤਾਂ ਮਾਵਾਂ ਨੂੰ ਲੁੱਟਦੇ ਨਹੀਂ ਹੁੰਦੇ। ਇਹ ਆਖਦਾ ਉਹ ਪਿਛਾਂਹ ਮੁੜ ਗਿਆ। ਬੁੱਢੀ ਹੈਰਾਨ ਹੋਈ, ਅਸੀਸਾਂ ਦਿੰਦੀ ਉਸ ਨੂੰ ਜਾਂਦੇ ਨੂੰ ਦੇਖਦੀ ਰਹੀ। ਭਗਤ ਜੀ ਨੇ ਗੱਲ ਮੁਕਾਈ ਤਾਂ ਲਾਲ ਚੰਦ ਆਖਣ ਲੱਗਿਆ, ਆਹੋ ਭਗਤ ਜੀ, ਬੰਦੇ ਵਿੱਚੋਂ ਨੇਕੀ ਦਾ ਬੀਜ ਨਾਸ ਨਹੀਂ ਹੁੰਦਾ। ਪਤਾ ਨਹੀਂ ਕਦੋਂ ਉਹ ਉਹਦੇ ਅੰਦਰਲਾ ਭਗਵਾਨ ਜਾਗ ਪਵੇ। ਰਾਤ ਦਾ ਹਨੇਰਾ ਵੱਧ ਰਿਹਾ ਸੀ। ਸਾਰੇ ਥੱਕ ਚੁੱਕੇ ਸਨ। ਸਭ ਦੀਆਂ ਨੀਂਦ ਨਾਲ ਅੱਖਾਂ ਭਾਰੀ ਹੋ ਰਹੀਆਂ ਸਨ। ਸਭ ਸੌਣ ਲਈ ਚਲੇ ਗਏ। ਬਹੁਤ ਸਵੇਰੇ ਗੁਜਰੀ ਦੇ ਉੱਠਣ ਤੋਂ ਪਹਿਲਾਂ ਹੀ ਭਗਤ ਜੀ ਨੇ ਲਾਲ ਚੰਦ ਤੋਂ ਵਿਦਾ ਲੈ ਲਈ ਸੀ। ਰੱਬ ਨੇ ਗੁਜਰੀ ਦੀ ਅਤੇ ਲਾਲ ਚੰਦ ਦੇ ਪਰਿਵਾਰ ਦੀ ਸੁਣ ਲਈ। ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ। ਲਾਲ ਚੰਦ ਨੇ ਆਖਿਆ ਕਿ ਇਹ ਸਾਡੇ 'ਤੇ ਗੁਰੂ ਦੀ ਕਿਰਪਾ ਹੋਈ ਹੈ, ਇਸ ਲਈ ਇਸ ਦਾ ਨਾਂ ਕਿਰਪਾਲ ਚੰਦ ਰੱਖਾਂਗੇ। ਫਿਰ ਉਸ ਨੂੰ ਥੋੜ੍ਹੇ ਜਿਹੇ ਵੱਡੇ ਹੋਏ ਨੂੰ ਗੁਰੂ ਘਰ ਨੂੰ ਅਰਪਣ ਕਰ ਦਿਆਂਗੇ। ਫਿਰ ਇਹ ਸੁਣ ਕੇ ਗੁਜਰੀ ਨੇ ਉਤਾਵਲੀ ਹੋ ਕੇ ਆਖਿਆ ਕਿ ਫਿਰ ਮੈਂ ਵੀ ਇਹਦੇ ਨਾਲ ਹੀ ਗੁਰੂ ਘਰ ਚਲੀ ਜਾਵਾਂਗੀ। ਲੈ ਹੈ ਕਮਲੀ, ਮੁੰਡੇ ਤਾਂ ਭੇਟਾ ਕੀਤੇ ਜਾ ਸਕਦੇ ਨੇ, ਕੁੜੀਆਂ ਨਹੀਂ ਕੀਤੀਆਂ ਜਾ ਸਕਦੀਆਂ। ਲਾਲ ਚੰਦ ਨੇ ਸਮਝਾਇਆ। ਪਰ ਮਾਂ ਆਖਦੀ ਸੀ ਕਿ ਮੈਂ ਗੁਰੂ ਤੋਂ ਮੰਗ ਕੇ ਲਿਆਂਦੀ ਹੋਈ ਹਾਂ, ਫਿਰ ਤੁਸੀਂ ਮੈਨੂੰ ਗੁਰੂ ਨੂੰ ਕਿਉਂ ਨਹੀਂ ਮੋੜ ਸਕਦੇ। ਗੁਜਰੀ ਬੋਲੀ, ਦੇਖ ਲਓ ਗੁਜਰੀ ਦੇ ਪਿਤਾ, ਮੈਂ ਆਖਦੀ ਨਹੀਂ ਕਿ ਇਹ ਆਪਣੀ ਉਮਰੋਂ ਵੱਧ ਸਿਆਣੀਆਂ ਗੱਲਾਂ ਕਰਦੀ ਹੈ। ਉਂਝ ਵੀ ਆਪਣੇ ਹਾਣ ਦੀਆਂ ਕੁੜੀਆਂ ਨਾਲੋਂ ਅੱਧੀ ਗਿੱਠ ਉੱਚੀ ਹੈ। ਤਾਂ ਹੀ ਤਾਂ ਮੈਨੂੰ ਇਸ ਦੇ ਵਿਆਹ ਦੀ ਸੋਚ ਲੱਗ ਜਾਂਦੀ ਹੈ। ਬਿਸ਼ਨ ਦੇਈ ਨੇ ਆਪਣੀ ਚਿੰਤਾ ਪ੍ਰਗਟਾਈ। ਲੈ ਹੈ ਕਮਲੀ, ਬਾਲੜੀ ਜਿਹੀ ਅਜੇ ਮੇਰੀ ਧੀ ਹੈ, ਹੁਣ ਇਸ ਦੇ ਵਿਆਹ ਦਾ ਫਿਕਰ ਵੀ ਲੱਗ ਗਿਆ। ਲਾਲ ਚੰਦ ਦਾ ਜਵਾਬ ਸੀ, ਧੀਆਂ ਨਾਲ ਬਹੁਤਾ ਮੋਹ ਚੰਗਾ ਨਹੀਂ ਹੁੰਦਾ। ਆਖਰਕਾਰ ਧੀਆਂ ਨੂੰ ਇੱਕ ਦਿਨ ਤੋਰਨਾ ਹੀ ਪੈਂਦਾ ਹੈ। ਬਿਸ਼ਨ ਦੇਈ ਨੇ ਕਿਹਾ। ਇੱਕ ਦਿਨ ਜਦੋਂ ਉਹ ਗੁਰੂ ਦਰਸ਼ਨਾਂ ਨੂੰ ਗਏ ਤਾਂ ਪੰਗਤ ਵਿੱਚ ਬੈਠੇ ਪ੍ਰਸ਼ਾਦਾ ਛਕ ਰਹੇ ਸਨ ਤਾਂ ਗੁਜਰੀ ਨੇ ਦੇਖਿਆ ਕਿ ਉਹਨਾਂ ਦੇ ਘਰ ਪਾਣੀ ਭਰਨ ਵਾਲਾ ਝੌਰ ਵੀ ਉਸੇ ਪੰਗਤ ਵਿੱਚ ਬੈਠਾ ਪ੍ਰਸ਼ਾਦਾ ਛਕ ਰਿਹਾ ਸੀ। ਘਰ ਨੂੰ ਆਉਂਦੀ ਗੁਜਰੀ ਨੇ ਕਿਹਾ ਕਿ ਬਾਬਾ ਸੰਤਾ ਵੀ ਉੱਥੇ ਰੋਟੀ ਖਾ ਰਿਹਾ ਸੀ, ਆਪਣੇ ਵਾਲੀ ਪੰਗਤ ਵਿੱਚ ਬੈਠ ਕੇ। ਬਾਬਾ ਸੰਤਾ ਤਾਂ ਝੌਰ ਹੈ,
ਕਾਲੂ ਚਮਿਆਰ ਹੈ ਤੇ ਬਿਸ਼ਨਾ ਪ੍ਰੋਹਤ ਵੀ ਉਸੇ ਪੰਗਤ ਵਿੱਚ ਬੈਠੇ ਪ੍ਰਸ਼ਾਦਾ ਛਕ ਰਹੇ ਹੁੰਦੇ ਨੇ। ਬਾਹਰ ਜਿੰਨੀ ਮਰਜ਼ੀ ਭਿੱਟ ਕਰਦੇ ਰਹਿਣ, ਗੁਰੂ ਕੋਲ ਆ ਕੇ ਜਿਵੇਂ ਸਭ ਦੇ ਮਨ ਧੋਤੇ ਜਾਂਦੇ ਨੇ, ਸਭ ਰੱਬ ਦੇ ਬੰਦੇ ਦਿਸਣ ਲੱਗ ਜਾਂਦੇ ਨੇ। ਇਸੇ ਲਈ ਤਾਂ ਗੁਰੂ ਰੱਬ ਦਾ ਰੂਪ ਲੱਗਦਾ ਹੈ। ਦੇਖ ਲੈ, ਗੁਰੂ ਕਾਰਨ ਕਿੰਨੇ ਲੋਕਾਂ ਨੇ ਗੁਰਸਿੱਖੀ ਸਿੱਖ ਲਈ, ਕਿੰਨੇ ਲੋਕੀ ਪਾਠ ਕਰਨ ਲੱਗ ਪਏ ਨੇ, ਲੋਕਾਂ ਨੂੰ ਕਿੰਨੀਆਂ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਖ ਵੰਡੀਆਂ ਨੇ। ਤੂੰ ਵੀ ਹੁਣ ਜਪਜੀ ਸਾਹਿਬ ਯਾਦ ਕਰ ਲਿਆ ਹੈ, ਰਹਿਰਾਸ ਵੀ ਕੰਠ ਕਰ ਲੈ। ਉਸਦੀ ਮਾਂ ਨੇ ਸਮਝਾਇਆ। ਗੁਰੂ ਘਰ ਦੇ ਪ੍ਰੇਮੀ ਲਾਲ ਚੰਦ ਨੂੰ ਉਸਦੇ ਘਰ ਮਿਲਣ ਆ ਜਾਂਦੇ। ਬਿਸ਼ਨ ਦੇਈ ਸਰਦਾ ਨਾਲ ਅੰਨ ਪਾਣੀ ਛਕਾਉਂਦੀ ਤੇ ਉਹ ਦੂਰ ਦਰਾਡੇ ਦੀਆਂ ਖਬਰਾਂ ਦੱਸਦੇ ਰਹਿੰਦੇ। ਆਖਦੇ ਸਨ ਕਿ 5ਵੇਂ ਗੁਰੂ ਜਦੋਂ ਦਿੱਲੀ ਵੱਲ ਜਾਣ ਲੱਗੇ ਤਾਂ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੂੰ ਜਿਉਂਦਿਆਂ ਵਾਪਸ ਨਹੀਂ ਸੀ ਆਉਣ ਦਿੱਤਾ ਜਾਵੇਗਾ। ਇਸ ਲਈ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਸ਼੍ਰੀ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਦੇਣ ਲਈ ਆਖ ਦਿੱਤਾ। ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਗੁਰਗੱਦੀ ਸੌਂਪ ਕੇ ਤਿਲਕ ਲਾਇਆ। ਮਗਰੋਂ ਸੇਲੀ ਟੋਪੀ ਦੇਣੀ ਚਾਹੀ ਤਾਂ ਹਰਿਗੋਬਿੰਦ ਜੀ ਨੇ ਆਖਿਆ ਸੀ ਕਿ ਇਹ ਚੀਜ਼ਾਂ ਹੁਣ ਤੋਸ਼ੇਖਾਨੇ ਵਿੱਚ ਰਖਵਾ ਦਿਓ, ਇਹਨਾਂ ਵਾਲਾ ਸਮਾਂ ਲੰਘ ਚੁੱਕਿਆ ਹੈ, ਸਾਨੂੰ ਦਸਤਾਰ, ਕਲਗੀ, ਤਲਵਾਰ ਦਿਓ। ਫਿਰ ਉਹਨਾਂ ਨੇ ਇੱਕ ਤਲਵਾਰ ਦੀ ਥਾਂ 2 ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਆਤਮਿਕ ਮੰਡਲਾਂ ਵਿੱਚ ਅਗਵਾਈ ਦੀ ਨਿਸ਼ਾਨੀ ਤੇ ਦੂਜੀ ਸੰਸਾਰਕ ਮਾਮਲਿਆਂ ਸੰਬੰਧੀ ਅਗਵਾਈ ਦੀ। ਇਸ ਕਰਕੇ ਉਹਨਾਂ ਨੇ ਥਾਂ ਥਾਂ 'ਤੇ ਜਾ ਕੇ ਸਿੱਖੀ ਦਾ ਧਰਮ ਪ੍ਰਚਾਰ ਕੀਤਾ ਤੇ ਨਾਲ ਹੀ ਨਾਲ ਆਪਣੇ ਸ਼ਰਧਾਲੂਆਂ ਨੂੰ ਸ਼ਸਤਰ ਵਿੱਦਿਆ, ਘੋੜ ਸਵਾਰੀ ਸਿੱਖਣ ਲਈ ਹੁਕਮਨਾਮੇ ਭੇਜੇ। ਵਿਰੋਧੀਆਂ ਨੇ ਜਹਾਂਗੀਰ ਕੋਲ ਗੁਰੂ ਦੀ ਵੱਧਦੀ ਤਾਕਤ ਦੀਆਂ ਸ਼ਿਕਾਇਤਾਂ ਕੀਤੀਆਂ। ਇੱਕ ਵਾਰੀ ਗੁਰਸਿੱਖੀ ਦਾ ਪ੍ਰਚਾਰ ਕਰਦੇ ਜਦੋਂ ਲਾਹੌਰ ਆਏ, ਉੱਥੇ ਮੀਆਂ ਮੀਰ ਜੀ ਦੇ ਦਰਸ਼ਨਾਂ ਲਈ ਆਇਆ। ਉਸਨੇ ਗੁਰੂ ਜੀ ਨੂੰ ਕਿਹਾ ਕਿ ਕਾਜ਼ੀ ਰੁਸਤਮ ਖਾਂ ਦੀ ਧੀ ਕੌਲਾਂ ਸਾਡੀ ਮੁਰੀਦ ਹੈ ਅਤੇ ਖੁਦਾ ਦੀ ਬੰਦਗੀ ਵਿੱਚ ਲੱਗੀ ਰਹਿੰਦੀ ਹੈ। ਉਸਨੇ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ। ਉਹ ਆਪ ਦੇ ਸਤਸੰਗ ਵਿੱਚ ਹਾਜ਼ਰ ਹੁੰਦੀ ਰਹਿੰਦੀ ਹੈ ਅਤੇ ਸਿੱਖ ਧਰਮ ਅਪਣਾ ਲਿਆ ਹੈ। ਉਸਦਾ ਪਿਓ ਉਸਨੂੰ ਕਾਫਰ ਸਮਝ ਕੇ ਕਤਲ ਕਰਨਾ ਚਾਹੁੰਦਾ ਹੈ। ਜੇ ਤੁਸੀਂ ਉਸਨੂੰ ਓਟ ਦਿਓ ਤਾਂ ਉਹ ਬਚ ਜਾਵੇਗੀ ਤੇ ਆਪਣੀ ਉਮਰ ਰੱਬ ਦੀ ਭਗਤੀ ਵਿੱਚ ਗੁਜ਼ਾਰੇਗੀ। ਗੁਰੂ ਜੀ ਨੇ ਸਾਈਂ ਦਾ ਵਚਨ ਮੰਨ ਕੇ ਕੌਲਾਂ ਨੂੰ ਪਨਾਹ ਦੇਣ ਦਾ ਵਾਅਦਾ ਕੀਤਾ। ਉੱਧਰੋਂ ਸਾਈਂ ਜੀ ਦੀ ਸਲਾਹ ਅਨੁਸਾਰ ਕੌਲਾਂ ਇੱਕ ਸਹੇਲੀ ਸਮੇਤ ਅੰਮ੍ਰਿਤਸਰ ਚਲੀ ਗਈ। ਉਸਨੂੰ ਗੁਰੂ ਜੀ ਨੇ ਵੱਖਰਾ ਮਕਾਨ ਦੇ ਦਿੱਤਾ। ਉੱਥੇ ਉਹ ਭਜਨ ਬੰਦਗੀ ਕਰਦੀ ਰਹੀ। ਇੱਕ ਦਿਨ ਉਸਨੇ ਆਪਣੇ ਸਾਰੇ ਕੀਮਤੀ ਗਹਿਣੇ ਗੁਰੂ ਜੀ ਦੇ ਅੱਗੇ ਢੇਰੀ ਕਰਕੇ ਕਿਹਾ ਕਿ ਇਹਨਾਂ ਨੂੰ ਵੇਚ ਕੇ ਕਿਸੇ ਅਜਿਹੇ ਧਾਰਮਿਕ ਕਾਰਜ 'ਤੇ ਲਾਓ ਜਿਸ 'ਤੇ ਮੇਰਾ ਨਾਂ ਕੁਝ ਚਿਰ ਜੱਗ ਵਿੱਚ ਕਾਇਮ ਰਹੇ। ਗੁਰੂ ਜੀ ਨੇ ਕਿਹਾ ਕਿ ਚੰਗਾ ਪੁੱਤਰੀ, ਤੇਰੀ ਅਜਿਹੀ ਯਾਦਗਾਰ ਬਣਾਵਾਂਗੇ ਜੋ ਸਦਾ ਕਾਇਮ ਰਹੇਗੀ। ਸੋ ਗੁਰੂ ਜੀ ਨੇ ਇੱਕ ਤਾਲ ਉਸਦੇ ਨਾਂ 'ਤੇ ਸਥਾਪਿਤ ਕੀਤਾ। ਕੁਝ ਚਿਰ ਮਗਰੋਂ ਕੌਲਾਂ ਕਰਤਾਰਪੁਰ ਜਾ ਟਿਕੀ। ਉੱਥੇ ਹੀ ਉਸਦਾ ਦੇਹਾਂਤ ਹੋਇਆ। ਇਸ ਘਟਨਾ ਤੋਂ ਬਾਅਦ ਕਾਫੀ ਮੁਸਲਮਾਨ ਗੁਰੂ ਦੇ ਵਿਰੁੱਧ ਹੋ ਗਏ। ਗੁਰੂ ਦੀ ਵੱਧਦੀ ਸਿੱਖੀ, ਸੇਵਕੀ ਤੇ ਸ਼ਸਤਰ ਵਿੱਦਿਆ ਵੱਲ ਝੁਕਾਅ, ਤਕੜੇ ਨਿਰਭੈ ਯੋਧਿਆਂ ਦਾ ਬਿਨਾਂ ਤਨਖਾਹ ਗੁਰੂ ਜੀ ਦੀ ਸੇਵਾ 'ਚ ਹਾਜ਼ਰ ਹੋਣਾ, ਦੂਰ ਦਰਾਡੀਆਂ ਥਾਵਾਂ ਤੋਂ ਗੁਰੂ ਘਰ ਲਈ ਲੰਗਰ ਚਲਾਉਣ ਲਈ, ਸ਼ਸਤਰ ਖਰੀਦਣ ਲਈ, ਘੋੜਿਆਂ ਲਈ ਮਾਇਆ ਆਉਣ ਲੱਗੀ। ਜਹਾਂਗੀਰ ਕੋਲ ਇਸ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ। ਇੱਕ ਵਾਰੀ ਜਹਾਂਗੀਰ ਨੇ ਗੁਰੂ ਜੀ ਨੂੰ ਸੱਦਿਆ, ਮਿੱਤਰ ਭਾਵ ਨਾਲ ਉਹਨਾਂ ਦਾ ਆਦਰ ਕੀਤਾ। ਉਹਨਾਂ ਨੂੰ ਨਾਲ ਲਿਜਾ ਕੇ ਸ਼ਿਕਾਰ ਖੇਡਣ ਗਿਆ। ਉੱਥੇ ਇੱਕ ਸ਼ੇਰ ਨੇ ਜਹਾਂਗੀਰ 'ਤੇ ਹਮਲਾ ਕੀਤਾ। ਜਹਾਂਗੀਰ ਭੈਭੀਤ ਹੋ ਗਿਆ, ਪਰ ਗੁਰੂ ਜੀ ਨੇ ਸ਼ੇਰ ਨੂੰ ਮਾਰ ਜਹਾਂਗੀਰ ਨੂੰ ਬਚਾ ਲਿਆ। ਜਹਾਂਗੀਰ ਗੁਰੂ ਜੀ ਦਾ ਧੰਨਵਾਦੀ ਤਾਂ ਸੀ, ਨਾਲ ਹੀ ਉਸਨੂੰ ਇਹ ਡਰ ਪੈਦਾ ਹੋ ਗਿਆ ਕਿ 5ਵੇਂ ਗੁਰੂ ਦੇ ਮਾਰੇ ਜਾਣ ਮਗਰੋਂ ਸਿੱਖ ਕਮਜ਼ੋਰ ਨਹੀਂ ਸਗੋਂ ਹੋਰ ਤਕੜੇ ਹੋ ਗਏ ਨੇ, ਸੋ ਇਹਨਾਂ ਨੂੰ ਦਬਾਉਣਾ ਹੀ ਠੀਕ ਹੈ। ਉਸਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ 12 ਸਾਲਾਂ ਲਈ ਕੈਦ ਕਰਨ ਦਾ ਹੁਕਮ ਦੇ ਦਿੱਤਾ। ਉਸ ਕਿਲ੍ਹੇ ਵਿੱਚ ਹੀ 52 ਰਾਜੇ ਹੋਰ ਕੈਦ ਸਨ। ਗੁਰੂ ਜੀ ਦੀ ਕੈਦ ਤੋਂ ਮਗਰੋਂ ਹਿੰਦੂਆਂ ਤੇ ਮੁਸਲਮਾਨਾਂ ਦੇ ਜਥੇ ਇਸ ਗੱਲ ਦਾ ਵਿਰੋਧ ਕਰਨ ਲੱਗੇ। ਲੋਕ ਆ ਕੇ ਕਿਲ੍ਹੇ ਦੀਆਂ ਕੰਧਾਂ ਨੂੰ ਨਮਸਕਾਰ ਕਰਦੇ। ਲੋਕਾਂ ਦੇ ਵਿਰੋਧ ਅੱਗੇ ਝੁਕਦੇ ਹੋਏ ਉਹਨਾਂ ਨੂੰ 2 ਕੁ ਸਾਲ ਦੀ ਕੈਦ ਮਗਰੋਂ ਰਿਹਾਈ ਦਾ ਹੁਕਮ ਦੇ ਦਿੱਤਾ। ਜਦੋਂ ਰਿਹਾ ਕਰਨ ਲੱਗੇ ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਇਕੱਲਾ ਨਹੀਂ, ਇਹ ਰਾਜੇ ਵੀ ਮੇਰੇ ਨਾਲ ਜਾਣਗੇ। ਜਹਾਂਗੀਰ ਨੇ ਕਿਹਾ ਕਿ ਜਿੰਨੇ ਗੁਰੂ ਦਾ ਹੱਥ ਦਾ ਜਾਂ ਪੱਲਾ ਫੜ ਕੇ ਬਾਹਰ ਜਾ ਸਕਦੇ ਹਨ, ਉਹਨਾਂ ਨੂੰ ਰਿਹਾਈ ਮਿਲ ਸਕਦੀ ਹੈ। ਉਹਨਾਂ ਨੇ 50 ਕਲੀਆਂ ਵਾਲਾ ਚੋਗਾ ਪਾਇਆ। 50 ਰਾਜਿਆਂ ਨੇ ਕਲੀਆਂ ਤੇ 2 ਰਾਜਿਆਂ ਨੇ ਹੱਥ ਫੜ ਲਏ ਤੇ ਇਉਂ ਸਾਰੇ ਰਾਜੇ ਗੁਰੂ ਜੀ ਨਾਲ ਬਾਹਰ ਆ ਗਏ। ਇਹੀਆਂ ਗੱਲਾਂ ਗੁਰੂ ਜੀ ਬਾਰੇ ਹੁੰਦੀਆਂ ਰਹਿੰਦੀਆਂ ਸਨ।
ਕੁਝ ਸਮਾਂ ਬਾਅਦ ਫੇਰ ਗੱਲਾਂ ਸ਼ੁਰੂ ਹੁੰਦੀਆਂ। ਜਹਾਂਗੀਰ ਦੇ ਸਮੇਂ ਗੁਰੂ ਜੀ ਅਮਨ ਸ਼ਾਂਤੀ ਨਾਲ ਧਰਮ ਪ੍ਰਚਾਰ ਕਰਦੇ ਰਹੇ। ਸ਼੍ਰੀ ਗੁਰੂ ਹਰਗੋਬਿੰਦ ਜੀ ਦੇ 5 ਪੁੱਤਰ ਸਨ, ਜਿਨ੍ਹਾਂ ਵਿੱਚੋਂ 3 ਇਹਨਾਂ ਦੇ ਜੀਵਨ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। ਜਿਹੜੇ 2 ਬਚੇ ਸਨ, ਉਹਨਾਂ ਵਿੱਚੋਂ ਸੂਰਜਮਲ ਵਧੇਰੇ ਦੁਨੀਆਦਾਰ ਸੀ ਤੇ ਤਿਆਗ ਰਾਏ ਧਾਰਮਿਕ ਸੰਸਕਾਰਾਂ ਵਾਲਾ, ਤਿਆਗੀ ਬਿਰਤੀਆਂ ਵਾਲਾ ਸੀ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਤੇਗ ਰਾਏ ਦੇ ਜਨਮ ਸਮੇਂ ਹੀ ਪੁੱਤਰ ਵੱਲ ਦੇਖ ਕੇ ਕਿਹਾ ਸੀ ਕਿ ਸਾਡਾ ਇਹ ਪੁੱਤਰ ਬੜਾ ਬਲੀ, ਸੂਰਬੀਰ ਤੇ ਤੇਗ ਦਾ ਧਨੀ ਹੋਵੇਗਾ। ਅਸੀਂ ਇਸ ਦਾ ਨਾਂ ਤੇਗ ਰਾਏ ਰੱਖਦੇ ਹਾਂ। ਤੇਗ ਰਾਏ ਦੀ ਪਰਵਰਿਸ਼ ਗੁਰੂ ਜੀ ਨੇ ਆਪਣੀ ਨਿਗਰਾਨੀ ਹੇਠ ਕਰਵਾਈ। ਪੜ੍ਹਾਈ ਲਿਖਾਈ ਅਤੇ ਸਰੀਰਕ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ। ਮਾਂ ਨਾਨਕੀ ਨੂੰ ਬੜੀ ਹੈਰਾਨੀ ਹੁੰਦੀ ਜਦੋਂ ਤੇਗ ਰਾਏ 5-6 ਸਾਲ ਦੀ ਉਮਰ ਵਿੱਚ ਹੀ ਕਿੰਨਾ ਕਿੰਨਾ ਚਿਰ ਅੱਖਾਂ ਬੰਦ ਕਰਕੇ ਸਮਾਧੀ ਵਿੱਚ ਬੈਠੇ ਰਹਿੰਦੇ। ਇਹ ਚਿੰਤਾ ਗੁਰੂ ਜੀ ਸਾਹਮਣੇ ਰੱਖੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਇਸ ਪੁੱਤਰ ਨੇ ਵੱਡੇ ਵੱਡੇ ਕੰਮ ਕਰਨੇ ਨੇ, ਇਸ ਲਈ ਉਹਨਾਂ ਕੰਮਾਂ ਦੀ ਹੁਣ ਤੋਂ ਤਿਆਰੀ ਹੋ ਰਹੀ ਹੈ। ਤਿਆਗ ਰਾਏ ਨੂੰ ਗੁਰਬਾਣੀ ਤੇ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਾਸਤਰਾਂ ਦੀ ਵਰਤੋਂ ਅਤੇ ਘੋੜਸਵਾਰੀ ਦੀ ਸਿਖਲਾਈ ਵੀ ਦਿੱਤੀ ਗਈ। ਇਸ ਤਰ੍ਹਾਂ ਅਜਿਹੀਆਂ ਗੱਲਾਂ ਚੱਲਦੀਆਂ ਰਹਿੰਦੀਆਂ।